Hello students, our today's topic is promissory note. Promissory note ਇੱਕ written negotiable instrument ਆ that is not being a bank note, not being a currency note, signed by the maker ਵੱਲੋਂ promissory note ਪਰ sign ਹੋਣਗੇ ਐਂਡ ਇੱਕ certain person ਨੂੰ ਜਾਂ ਫਿਰ certain person ਦੇ order ਦੇ ਉੱਪਰ ਇੱਕ certain fixed sum of money payment ਦੇ ਲਈ ਇੱਕ unconditional undertaking contained ਕਰਦਾ ਆ ਜਿਹਨੂੰ ਅਸੀਂ ਆਮ ਤੌਰ ਤੇ ਪ੍ਰਨੋਟ ਵੀ ਬੋਲ ਦਿੰਦੇ ਹਾਂ ਐਂਡ ਦੋ ਪਾਰਟੀਜ਼ ਪ੍ਰੋਮਿਸਰੀ ਨੋਟ ਵਿੱਚ ਮੇਨਲੀ ਇਨਵੋਲਵ ਹੁੰਦੀਆਂ ਨੇ ਮੇਕਰ ਆਫ ਦਾ ਪ੍ਰੋਮਿਸਰੀ ਨੋਟ ਐਂਡ ਪੇ ਨੈਕਸਟ ਇਜ਼ ਅਕੋਰਡਿੰਗ ਟੂ negotiable instrument act section 4 defines the promissory note. According to definition, a promissory note is an instrument in writing not being a bank note or a currency note containing an unconditional undertaking signed by the maker to pay a certain sum of money only or to the order of a certain person or to the bearer of the instrument. That is, promissory note एक written instrument ਆ ਇੰਚ ਅਨਕੰਡੀਸ਼ਨਲ ਅੰਡਰਟੇਕਿੰਗ ਹੋਏਗੀ ਮੇਕਰ ਵੱਲੋਂ ਸਾਈਨ ਹੋਏਗਾ ਇੱਕ ਸਰਟਨ ਪਰਸਨ ਨੂੰ ਉਹਦੇ ਆਰਡਰ ਉੱਪਰ ਜਾਂ ਜੋ ਵੀ ਉਸ ਇਨਸਟਰੂਮੈਂਟ ਦਾ ਬੀਰਰ ਆ ਜਿਹਦੇ ਕੋਲੇ ਵੀ ਉਹ ਇਨਸਟਰੂਮੈਂਟ ਜਿਹਦੇ ਪੋਜੈਸ਼ਨ ਦੇ ਵਿੱਚ ਜੋ ਵੀ ਹੋਲਡਰ ਆ ਉਸ ਇਨਸਟਰੂਮੈਂਟ ਦਾ ਉਹਨੂੰ ਉਸ ਫਿਕਸਡ ਅਮਾਊਂਟ ਆਫ ਮਨੀ ਦੀ ਪੇਮੈਂਟ ਕਰਨ ਦੇ ਲਈ ਅਨਕੰਡੀਸ਼ਨਲੀ ਅੰਡਰਟੇਕਿੰਗ ਹੋਏਗੀ ਨੈਕਸਟ ਇਜ਼ ਸਟਰਕਚਰ ਆਫ ਪ੍ਰੋਮਿਸਰੀ ਨੋਟ ਲੁੱਕ ਕੇਅਰਫੁਲੀ there is a fixed amount that is $10,000. After that, place, date, term period that is 60 days after date, or we promise to pay to the order of dash GJ Equipment Company. There is we promise to pay. Always ਇੱਕ ਪ੍ਰੋਮਿਸ ਹੋਏਗਾ ਪ੍ਰੋਮਿਸਰੀ ਨੋਟ ਦੇ ਵਿੱਚ ਪੇਮੈਂਟ ਦੇ ਲਈ ਔਨ ਦਾ ਆਰਡਰ ਆਫ ਔਰ ਟੂ ਦਾ ਜੀਜੇ ਇਕਵਿਪਮੈਂਟ ਕੰਪਨੀ ਹੇਅਰ ਜੀਜੇ ਇਕਵਿਪਮੈਂਟ ਕੰਪਨੀ ਇਜ਼ ਪੇਈ ਫਿਕਸ ਸਮ ਆਫ ਮਨੀ $10,000 ਇਜ਼ ਦੇਅਰ ਟਾਈਮ ਪੀਰੀਅਡ 60 days ਆ ਟਰਮ ਪੀਰੀਅਡ ਦਿੱਤਾ ਗਿਆ ਆ ਫਰਦਰ ਦੇਅਰ ਇਜ਼ ਅ ਸਾਈਨ ਆਫ ਮੇਕਰ ਦੈਟ ਇਜ਼ ਮੇਕਰ JM ਮੂਰੇ ਉਹਨਾਂ ਦੇ ਸਾਈਨ ਨੇ ਐਂਡ ਨੀਚੇ ਉਹਨਾਂ ਦੀ ਡੈਜ਼ਿਗਨੇਸ਼ਨ ਦੀ ਡਿਸਕ੍ਰਿਪਸ਼ਨ ਦਿੱਤੀ ਗਈ ਹੈ ਟ੍ਰੇਅਰ ਪਰਸਨ ਉਹ ਸੋ ਇਸ ਅਕੋਰਡਿੰਗ ਅਸੀਂ ਆਪਣਾ ਇੱਕ ਵੈਲਿਡ ਪ੍ਰੋਮਿਸਰੀ ਨੋਟ ਬਣਾ ਸਕਦੇ ਹਾਂ ਨੈਕਸਟ ਦੇਰ ਇਜ਼ ਪਾਰਟੀਜ਼ ਆਫ ਅ ਪ੍ਰੋਮਿਸਰੀ ਨੋਟ ਮੇਨਲੀ ਦੋ ਪਾਰਟੀਜ਼ ਪ੍ਰੋਮਿਸਰੀ ਨੋਟ ਵਿੱਚ ਇਨਵੋਲਵ ਨੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਆ ਮੇਕਰ ਜੋ ਪਰਸਨ ਪ੍ਰੋਮਿਸਰੀ ਨੋਟ ਨੂੰ ਬਣਾਏਗਾ ਔਰ ਪ੍ਰੋਮਿਸ ਕਰੇਗਾ ਕਿ ਜੋ ਵੀ ਅਮਾਊਂਟ ਉਹਨੇ ਪ੍ਰੋਮਿਸ ਕੀਤਾ ਆ ਪ੍ਰੋਮਿਸਰੀ ਨੋਟ ਦੇ ਵਿੱਚ ਉਹਨੇ ਸਪੈਸੀਫਾਈਡ ਅਮਾਊਂਟ ਉਹ ਸਪੈਸੀਫਾਈਡ ਪਰਸਨ ਨੂੰ ਪੇ ਕਰੇਗਾ ਨੈਕਸਟ ਥਿੰਗ ਸੈਕਿੰਡ ਪਾਰਟੀ ਇਜ਼ ਪੇਈ ਜਿਹੜੇ ਪਰਸਨ ਨੂੰ ਅਸੀਂ ਪ੍ਰੋਮਿਸ ਕੀਤਾ ਹੈ ਪੇ ਕਰਨ ਦੇ ਲਈ ਜਾਂ ਜਿਹਦੇ ਆਰਡਰ 'ਤੇ ਅਸੀਂ ਪੇਮੈਂਟ ਕਰਾਂਗੇ ਦੈਟ ਪਰਸਨ ਇਜ਼ ਕਾਲਡ ਪੇਈ ਐਂਡ ਇਨ ਕੇਸ ਅਸੀਂ ਪ੍ਰੋਮਿਸਰੀ ਨੋਟ ਨੂੰ ਬਾਈ ਇੰਡੋਰਸਮੈਂਟ ਬਾਈ ਨੈਗੋਸੀਏਸ਼ਨ ਟ੍ਰਾਂਸਫਰ ਕਰਦੇ ਹਾਂ ਦੈਨ ਦੇਅਰ ਵਿਲ ਬੀ ਟੂ ਪਾਰਟੀਜ਼ ਇੰਡੋਰਸਰ ਐਂਡ ਇੰਡੋਰਸੀ ਇੰਡੋਰਸਰ ਮੀਨਸ ਜਿਹੜੇ ਪਰਸਨ ਨੇ ਕਿਸੇ ਹੋਰ ਪਰਸਨ ਦੇ ਫੇਵਰ ਦੇ ਵਿੱਚ ਉਸ ਪ੍ਰੋਮਿਸਰੀ ਨੋਟ ਨੂੰ ਇੰਡੋਰਸ ਕੀਤਾ ਆ ਐਂਡ ਇੰਡੋਰਸੀ ਇਜ਼ ਜਿਹੜੇ ਪਰਸਨ ਦੇ ਫੇਵਰ ਦੇ ਵਿੱਚ ਉਹ ਨੋਟ ਨੈਗੋਸ਼ੀਏਟ ਕੀਤਾ ਗਿਆ ਹੈ ਬਾਈ ਇੰਡੋਰਸਮੈਂਟ ਦੈਟ ਇਜ਼ ਕਾਲਡ ਇੰਡੋਰਸੀ ਨੈਕਸਟ ਇਜ਼ essentials of promissory note. First one is must be in writing. As definition ਵਿੱਚ ਵੀ clearly ਲਿਖਿਆ ਗਿਆ ਸੀ it must be a written instrument. So in case ਅਸੀਂ ਕਿਸੇ ਨਾਲ oral promise ਕਰ ਰਹੇ ਹਾਂ ਮਨੀ ਪੇ ਕਰਨ ਦਾ that will not be a promissory note. promissory note ਹਮੇਸ਼ਾ ਰਿਟਨ ਵਿੱਚ ਹੋਏਗਾ ਇਹਦੇ ਲਈ ਅਸੀਂ ਕੋਈ ਵੀ ਪੇਪਰ ਵਹੀ ਬੁੱਕ ਖਾਤਾ ਬੁੱਕ ਕੋਈ ਵੀ ਬੁੱਕ ਯੂਜ਼ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਆਈ ਪ੍ਰੋਮਿਸ ਟੂ ਪੇ B ਔਰ ਆਰਡਰ ₹500 ਮੈਂ B ਜਾਂ ਫਿਰ B ਦੇ ਆਰਡਰ 'ਤੇ ₹500 ਪੇ ਕਰਨ ਦੀ ਪ੍ਰੋਮਿਸ ਕਰਦੀ ਹਾਂ ਦੈਟ ਇਜ਼ ਅ ਪ੍ਰੋਮਿਸਰੀ ਨੋਟ ਅ ਵੈਲਿਡ ਪ੍ਰੋਮਿਸਰੀ ਨੋਟ ਨੈਕਸਟ ਇਜ਼ ਇਟ ਮਸਟ ਕੰਟੇਨ ਅ ਪ੍ਰੋਮਿਸ ਔਰ ਅੰਡਰਟੇਕਿੰਗ ਟੂ ਪੇ ਪ੍ਰੋਮਿਸਰੀ ਨੋਟ ਦੇ ਵਿੱਚ ਇੱਕ ਐਕਸਪ੍ਰੈਸ ਪ੍ਰੋਮਿਸ ਹੋਏਗਾ ਪੇਮੈਂਟ ਕਰਨ ਦਾ ਦੈਟ ਇਜ਼ ਕੋਈ ਇੰਪਲਾਈਡ ਪ੍ਰੋਮਿਸ ਜੇ ਅਸੀਂ ਕਰ ਰਹੇ ਹਾਂ ਪੇਮੈਂਟ ਦੇ ਲਈ ਦੈਟ ਵਿਲ ਨਾਟ ਕੰਸੀਡਰ ਐਜ਼ ਅ ਵੈਲਿਡ ਪ੍ਰੋਮਿਸਰੀ ਨੋਟ ਆਪਣਾ ਜੋ ਵੀ ਪ੍ਰੋਮਿਸ ਆ ਐਕਸਪ੍ਰੈਸ ਵਰਡਸ ਦੇ ਵਿੱਚ ਹੋਏਗਾ ਐਕਸਪ੍ਰੈਸ ਇੰਪਲੀਕੇਸ਼ਨ ਹੋਏਗੀ ਜੇ ਜਸਟ ਅਸੀਂ ਇਕਨੋਲੇਜਮੈਂਟ ਕਰ ਰਹੇ ਹਾਂ ਇੰਡੈਪਟਡਨੈਸ ਦੀ ਦੈਟ ਵਿਲ ਨਾਟ ਬੀ ਅ ਵੈਲਿਡ ਪ੍ਰੋਮਿਸਰੀ ਨੋਟ ਫੋਰ ਐਗਜ਼ਾਮਪਲ
I am liable to pay to B rupees 500. मैं B ਨੂੰ 500 ਰੁਪਇਆ ਪੇ ਕਰਨ ਦੇ ਲਈ ਲਾਇਬਲ ਹਾਂ. Here I am just acknowledging my debt, not a promise to pay. So this is not a valid promissory note. The words, the phrases promise to pay, that is express promise to pay, must be there in a promissory note to form it as a valid promissory note. Next is promise to pay must be unconditional. ਪ੍ਰੋਮਿਸਰੀ ਨੋਟ ਦੇ ਵਿੱਚ ਅਨਕੰਡੀਸ਼ਨਲ ਪ੍ਰੋਮਿਸ ਪੇ ਕਰਨ ਦਾ ਹੋਣਾ ਚਾਹੀਦਾ ਆ. ਇਨ ਕੇਸ ਅਸੀਂ ਜੇ ਕਹਿ ਰਹੇ ਹਾਂ ਕਿ ਜੇਕਰ ਕੋਈ ਫਰਦਰ ਕੋਈ ਕੰਟੀਨਜੈਂਸੀ, ਕੋਈ ਕੰਟੀਨਜੈਂਟ ਇਵੈਂਟ ਹੈਪਨ ਹੁੰਦਾ ਆ, ਉਸ ਤੋਂ ਬਾਅਦ ਅਸੀਂ ਪੇਮੈਂਟ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਪੇਮੈਂਟ ਕਰਾਂਗੇ, ਤਾਂ ਇਹ ਪ੍ਰੋਮਿਸਰੀ ਨੋਟ ਵੈਲਿਡ ਨਹੀਂ ਹੋਏਗਾ. ਫੋਰ ਐਗਜ਼ਾਮਪਲ, ਇਨ ਕੇਸ A ਐਂਡ B ਪ੍ਰੋਮਿਸ ਕਰਦੇ ਨੇ, ਇਨ ਕੇਸ ਆਫ B's ਡੈਥ, ਜਦੋਂ B ਦੀ ਡੈਥ ਹੋ ਜਾਂਦੀ ਆ, ਉਸ ਤੋਂ 7 days ਬਾਅਦ ਮੈਂ 500 ਰੁਪੀਜ਼ ਪੇ ਕਰੂੰਗਾ. ਤਾਂ ਇਸ ਕੇਸ ਦੇ ਵਿੱਚ ਇਹ ਪ੍ਰੋਮਿਸਰੀ ਨੋਟ ਵੈਲਿਡ ਆ, ਬਿਕੋਜ਼ ਡੈਥ ਸਰਟੇਨ ਹੈ, ਡੈਥ ਪੱਕਾ ਹੋਣੀ ਹੈ. ਕਦੋਂ ਹੋਣੀ ਹੈ? ਟਾਈਮ ਪੀਰੀਅਡ ਅਨਸਰਟਨ ਹੈ. ਸੋ ਪ੍ਰੋਮਿਸਰੀ ਨੋਟ ਵੀ ਸਰਟਨ ਹੈ. ਬਟ ਇਨ ਕੇਸ ਫੋਰ ਐਗਜ਼ਾਮਪਲ ਲਾਈਕ A ਪ੍ਰੋਮਿਸ ਕਰਦਾ ਹੈ B ਦੇ ਨਾਲ ਕਿ ਜਦੋਂ B ਮੈਰਿਜ ਕਰਵਾਏਗਾ, ਉਸ ਤੋਂ ਬਾਅਦ ਮੈਂ ਇਹਨੂੰ 500 ਰੁਪੀਜ਼ ਪੇ ਕਰੂੰਗਾ. ਤਾਂ ਮੈਰਿਜ ਇਜ਼ ਨੋਟ ਅ ਸਰਟਨ ਥਿੰਗ. ਮੈਰਿਜ ਹੋਏਗੀ ਨਹੀਂ ਹੋਏਗੀ, ਉਹ ਮੈਰਿਜ ਕਰਵਾਏਗਾ ਨਹੀਂ ਕਰਵਾਏਗਾ. ਸੋ ਇਸ ਚੀਜ਼ ਦੀ ਮੈਰਿਜ ਦੀ ਸਰਟਨਿਟੀ ਨਹੀਂ ਹੈ. ਸੋ ਇਟ ਵਿਲ ਬੀ ਨੋਟ ਅ ਵੈਲਿਡ ਪ੍ਰੋਮਿਸਰੀ ਨੋਟ. ਸੋ ਟੂ ਬੀ ਅ ਵੈਲਿਡ ਪ੍ਰੋਮਿਸਰੀ ਨੋਟ, there must be a happening of a certain event, not a uncertain event, not a contingency. In case ਕੁਛ ਕੰਟੀਨਜੈਂਸੀ ਦੇ ਬੇਸਿਸ 'ਤੇ ਆਪਾਂ ਕੁਛ ਕੰਡੀਸ਼ਨਸ ਲਗਾ ਰਹੇ ਹਾਂ, ਤਾਂ ਇਹ ਆਪਣਾ ਅਨਵੈਲਿਡ ਪ੍ਰੋਮਿਸਰੀ ਨੋਟ ਹੋਏਗਾ. ਨੈਕਸਟ ਇਜ਼ ਇਟ ਮਸਟ ਬੀ ਸਾਈਨਡ ਬਾਈ ਦਾ ਮੇਕਰ. ਜੋ ਪ੍ਰੋਮਿਸਰੀ ਨੋਟ ਦਾ ਮੇਕਰ ਆ, ਉਹਦੇ ਸਿਗਨੇਚਰ ਆਪਣੀ ਪ੍ਰੋਮਿਸਰੀ ਨੋਟ ਉੱਪਰ ਹੋਣੇ ਮਸਟ ਨੇ, ਬਿਕੋਜ਼ ਇਹਦੇ ਨਾਲ ਹੀ ਪ੍ਰੋਮਿਸਰੀ ਨੋਟ ਅਥੈਂਟੀਕੇਟ ਹੋਏਗਾ ਜੇਕਰ ਮੇਕਰ ਦੇ ਸਿਗਨੇਚਰ ਹੋਣਗੇ. ਐਂਡ ਇਨ ਕੇਸ ਕੋਈ ਪਰਸਨ ਇਲਿਟਰੇਟ ਆ, ਲਿਖ ਨਹੀਂ ਸਕਦਾ ਗਾ, ਤਾਂ ਉਸ ਕੇਸ ਵਿੱਚ ਉਹਦਾ ਥੰਬ ਇੰਪ੍ਰੈਸ਼ਨ ਹੋਣਾ ਮਸਟ ਆ ਪ੍ਰੋਮਿਸਰੀ ਨੋਟ ਦੇ ਉੱਪਰ. ਐਂਡ ਆਪਣਾ ਜੋ ਮੇਕਰ ਆ, ਉਹ ਵੀ ਇੱਕ ਸਰਟੇਨ ਡੈਫੀਨੇਟ ਪਰਸਨ ਹੋਣਾ ਚਾਹੀਦਾ ਆ. ਨੈਕਸਟ ਇਜ਼ ਦ ਮੇਕਰ ਮਸਟ ਬੀ ਅ ਸਰਟੇਨ ਪਰਸਨ. ਜੋ ਇੰਸਟਰੂਮੈਂਟ ਦਾ ਮੇਕਰ ਆ, ਉਹ ਪਰਸਨ ਸਰਟੇਨ ਡੈਫੀਨੇਟ ਹੋਣਾ ਚਾਹੀਦਾ ਆ. ਲਾਈਕ ਉਹ ਪਰਸਨ ਨੂੰ ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ ਉਹਦੇ ਨੇਮ ਦੇ ਨਾਲ, ਉਹਦੀ ਡੈਜ਼ਿਗਨੇਸ਼ਨ ਦੇ ਨਾਲ. ਉਹ ਪਰਸਨ ਰਿਐਲਿਟੀ ਵਿੱਚ ਐਗਜ਼ਿਸਟ ਕਰਨਾ ਚਾਹੀਦਾ ਆ. ਐਂਡ ਇਨ ਕੇਸ ਆਪਣੇ ਮੇਕਰ 2 or more ਪਰਸਨਸ ਨੇ, ਅਲਟਰਨੇਟਿਵ ਪ੍ਰੋਮਿਸਰਸ ਨੇ, ਤਾਂ ਉਸ ਕੇਸ ਦੇ ਵਿੱਚ ਇਨ ਕੇਸ ਆਪਣੀ ਜੋ ਲਾਅ ਦੀ ਜਨਰਲ ਰੂਲ ਆ, ਦੈਟ ਇਜ਼ ਵੇਅਰ ਲਾਇਬਿਲਿਟੀ ਲਾਈਜ਼ ਨੋ ਐਂਬੀਗਿਟੀ ਮਸਟ ਲਾਈ. ਜਿੱਥੇ ਲਾਇਬਿਲਿਟੀ ਹੁੰਦੀ ਆ, ਉੱਥੇ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ. ਸੋ ਕੌਣ ਲਾਇਬਲ ਆ, ਇਹ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ. ਐਂਡ ਯੈਸ, ਦੇਅਰ ਕੈਨ ਬੀ 2 or more ਮੇਕਰਸ ਆਫ ਅ ਪ੍ਰੋਮਿਸਰੀ ਨੋਟ. ਪ੍ਰੋਮਿਸਰੀ ਨੋਟ ਨੂੰ 1 or more ਮੇਕਰ ਵੀ ਬਣਾ ਸਕਦਾ ਆ. ਲਾਈਕਵਾਈਜ਼ ਅਸੀਂ ਜਿਵੇਂ ਕਿਹਾ ਸੀਗਾ ਕਿ ਮੇਕਰ ਸਰਟਨ ਪਰਸਨ ਹੋਣਾ ਚਾਹੀਦਾ ਆ. ਸਿਮਿਲਰਲੀ ਪੇਈ ਵੀ ਇੱਕ ਸਰਟਨ ਪਰਸਨ ਹੋਣਾ ਚਾਹੀਦਾ ਆ. ਇਨ ਕੇਸ ਅਸੀਂ ਕਿਸੇ ਫਿਕਟੀਸ਼ੀਅਸ ਪਰਸਨ ਦੇ ਨੇਮ 'ਤੇ ਪ੍ਰੋਮਿਸਰੀ ਨੋਟ ਡਰਾ ਕਰ ਰਹੇ ਹਾਂ, ਉਹਦੇ ਫੇਵਰ ਵਿੱਚ ਨੋਟ ਡਰਾ ਕਰ ਰਹੇ ਹਾਂ, ਤਾਂ ਉਹ ਨੋਟ ਇਲੀਗਲ ਆ, ਵਾਇਡ ਆ. ਸਿਮਿਲਰਲੀ ਪ੍ਰੋਮਿਸਰੀ ਨੋਟ ਕੋਈ ਪਰਸਨ ਆਪਣੇ ਆਪ 'ਤੇ ਹੀ, ਮੇਕਰ ਖੁਦ 'ਤੇ ਹੀ ਡਰਾ ਨਹੀਂ ਕਰ ਸਕਦਾ ਗਾ. ਲਾਈਕ ਪ੍ਰੋਮਿਸਰ ਐਂਡ ਪ੍ਰੋਮਿਸੀ ਦੋਨੋਂ ਸੇਮ ਪਰਸਨ ਨਹੀਂ ਹੋ ਸਕਦੇ ਅਕੋਰਡਿੰਗ ਟੂ ਇੰਡੀਅਨ ਕੰਟਰੈਕਟ ਐਕਟ. ਅਸੀਂ ਪਹਿਲਾਂ ਇਹ ਚੀਜ਼ ਪੜ੍ਹ ਚੁੱਕੇ ਹਾਂ. ਸੋ ਆਪਣਾ ਜੋ ਮੇਕਰ ਦੀ ਤਰ੍ਹਾਂ ਪੇਈ ਆ, ਉਹ ਪਰਸਨ ਵੀ ਇੱਕ ਡੈਫੀਨੇਟ ਸਰਟਨ ਪਰਸਨ ਹੋਣਾ ਚਾਹੀਦਾ ਆ. ਐਂਡ ਇੰਸਟਰੂਮੈਂਟ ਦੇ ਉੱਪਰ ਉਹ ਪਰਸਨ ਦਾ ਨੇਮ ਕਲੀਅਰਲੀ ਮੈਨਸ਼ਨ ਹੋਣਾ ਚਾਹੀਦਾ ਆ. ਨੈਕਸਟ ਥਿੰਗ ਇਜ਼ ਸਮ ਪੇਏਬਲ ਮਸਟ ਬੀ ਸਰਟਨ. ਜੋ ਅਮਾਊਂਟ ਆਫ ਮਨੀ ਪੇਏਬਲ ਆ ਪ੍ਰੋਮਿਸਰੀ ਨੋਟ ਦੇ ਥਰੂ, ਉਹ ਅਮਾਊਂਟ ਆਫ ਮਨੀ ਡੈਫੀਨੇਟ ਹੋਣੀ ਚਾਹੀਦੀ ਆ, ਸਰਟਨ ਹੋਣੀ ਚਾਹੀਦੀ ਆ. ਦੈਟ ਇਜ਼ ਇਹਦੇ ਵਿੱਚ ਫਰਦਰ ਅਸੀਂ ਕੋਈ ਵੀ ਐਡੀਸ਼ਨ ਸਬਸਟ੍ਰੈਕਸ਼ਨਸ ਨਹੀਂ ਕਰ ਸਕਦੇ. ਫੋਰ ਐਗਜ਼ਾਮਪਲ, I promise to pay B rupees 500 and all other sums which shall be due to him. ਮੈਂ B ਨੂੰ ਪ੍ਰੋਮਿਸ ਕਰਦਾ 500 ਰੁਪਇਆ ਪੇ ਕਰਨ ਦਾ, ਐਂਡ ਹੋਰ ਬਾਕੀ ਸਾਰੇ ਵੀ ਪੈਸੇ ਜਿਹੜੇ ਕਿ ਮੈਂ ਉਹਦੇ ਤੋਂ ਉਧਾਰ ਲਏ ਹੋਏ ਨੇ. That is not a valid promissory note because amount of money is not specified. Amount of money must be specified, must be certain to form a valid promissory note. Next is amount payable must be in legal tender money of India. In case ਅਸੀਂ ਇੰਡੀਆ ਵਿੱਚ ਪ੍ਰੋਮਿਸਰੀ ਨੋਟ ਡਰਾ ਕਰ ਰਹੇ ਹਾਂ, ਤਾਂ ਆਪਣਾ ਜੋ ਵੈਲਿਡ
ਆਪਣਾ ਲੀਗਲ ਟੈਂਡਰ ਮਨੀ ਹੈ ਇੰਡੀਆ ਦੀ, ਉਹਦੇ ਵਿੱਚ ਹੀ ਅਮਾਊਂਟ ਪੇਬਲ ਹੋਏਗੀ, ਤਾਂ ਹੀ ਆਪਣਾ ਪ੍ਰੋਮਿਸਰੀ ਨੋਟ ਵੈਲਿਡ ਮੰਨਿਆ ਜਾਏਗਾ। ਫੋਰ ਐਗਜ਼ਾਮਪਲ ਸਪੋਜ਼ ਮੈਂ ਆਪਣੇ ਪ੍ਰੋਮਿਸਰੀ ਨੋਟ ਵਿੱਚ ਲਿਖਦੀ ਹਾਂ ਕਿ ਮੈਂ 500 ਰੁਪੀਜ਼ ਮਨੀ ਫੋਰਮ ਵਿੱਚ ਐਂਡ 50 kg ਰਾਈਸ ਪੇ ਕਰੂੰਗੀ ਕੰਸੀਡਰੇਸ਼ਨ ਦੇ ਫੋਰਮ ਵਿੱਚ, ਦੈਟ ਇਜ਼ ਨਾਟ ਅ ਵੈਲਿਡ ਪ੍ਰੋਮਿਸਰੀ ਨੋਟ। ਪ੍ਰੋਮਿਸਰੀ ਨੋਟ ਦੇ ਵਿੱਚ ਪੇਮੈਂਟ ਮਨੀ ਫੋਰਮ ਵਿੱਚ ਹੋਏਗੀ, ਕਿਸੇ ਵੀ ਆਰਟੀਕਲ ਜਾਂ ਫਿਰ ਫੋਰਨ ਕਰੰਸੀ ਦੀ ਫੋਰਮ ਵਿੱਚ ਨਹੀਂ ਹੋ ਸਕਦੀ। ਜੋ ਵੀ ਪੇਮੈਂਟ ਹੋਏਗੀ ਉਹ ਆਪਣੇ ਇੰਡੀਆ ਦੇ ਲੀਗਲ ਟੈਂਡਰ ਮਨੀ ਦੇ ਵਿੱਚ ਹੀ ਹੋਏਗੀ। ਬਿਸਾਈਡਸ ਦਿਸ ਕੁਝ ਅਦਰ ਫੋਰਮੈਲਿਟੀਜ਼ ਲਾਈਕ ਟਾਈਮ, ਡੇਟ, ਪਲੇਸ ਆਪਣੀਆਂ ਹੁੰਦੀਆਂ ਨੇ ਆਪਣੇ ਪ੍ਰੋਮਿਸਰੀ ਨੋਟਸ ਦੇ ਉੱਪਰ। ਸੋ ਦੈਟਸ ਆਲ ਅਬਾਊਟ ਪ੍ਰੋਮਿਸਰੀ ਨੋਟ। ਥੈਂਕ ਯੂ।